तेरे कवन कवन गुण कह कहे गावा। तू साहिब गुणी निधाना, तुमरी महिमा वर्ण ना साको। तू ठाकुर ऊच भगवाना, सतनाम वाहे गुरु साहिब जियो। राग सूही महला चौथा, अष्टपदियाँ कर दसवां। एक ओंकार सतगुर प्रसाद। अंदर सचा ने लाया प्रीतम आपने, तन मन होए निहाल जां गुरु देखा सामने। अंदर सचा ने लाया प्रीतम आपने, तन मन होए निहाल जां गुरु देखा सामने। मैं हर हर नाम विसा, गुरपूरे ते पाया। अमृत अगम यथा रहाओ, हाँ सतगुर वेख विगसिया। हर नामे लगा प्यार, कृपा करके मेलियन पाया मोख दुआर। सतगुर बिरही नाम का, जे मिलै तां तन मन देऊं। जे पूरब होवै लिखिया, तां अमृत सहज पिएऊं। सुतियां गुर सालाहीयै, उठदियां भी गुर आलाओ। कोई ऐसा गुरमुख जे मिलै, हाँ ताके तुहां पाओ। कोई ऐसा गुरमुख जे मिलै, हाँ ताके तुहां पाओ। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी, गुरु पातशाह जी दी अजीम अपार बख्शिश। ढलदी शाम असी सत्संगत माण रहे हैं। ये समा गुरबाणी की लड़ीवार व्याख्या का है। सूही राग दे अष्टपदी विचारे जा रहे हैं। गुरु रामदास पातशाह द्वारा उचरित की गई पावन ये लमेरी रचना, जिदे 14 पदे ने। बीते कल असी इस पावन बाणी नूं प्रारंभ किया सी, खास करके रहाओ दा पदा, जो कि मुख सुनेहे नूं अपने विच अमाया है जिसने। उसकी विचार बड़ी विरवे दे नाल, जिन्हों कहा जाए कि इन डिटेल्ड मैनर्स वी हैव डिस्कस्ड इट। अज एक सरसरी नज़र होएगी इस मुख सुनेहे ते, दैन आफ्टरवर्ड पदा बा पदा, एज मच एज टाइम इट्स गोइंग टू परमिटेड अस, वी विल डिस्कस। बचन है मैं हर हर नाम विसा, गुरपूरे ते पाया अमृत अगम अथा रहाओ। विसाह शब्द ਇਹਦੇ अर्थ शब्दकोश विच जे तुसीं डिक्शनरीज विच जाओगे या एनसाइक्लोपीडियास विच जाओगे तो ਇਹਦੇ मायने विसाह का मतलब पूंजी भी बनता आ, सरमाया भी बनता आ, बट बड़ा सरल जे रूप दे विसाह का मतलब सैल्फ कॉन्फिडेंस, आत्म बल कह लो जिसनों। धरती ते मनुख वास्ते कोई होर ओट आसरा, कोई होर दौलत पैसा शोहरत शोहबत रिश्ता नाता संबंध उन्नी देर तक कोई मददगार नहीं जिन्ने देर तक बंदे का अपना जिहड़ा सैल्फ मोराल आ, जिहड़ा उहदा सैल्फ कॉन्फिडेंस आ, जे वो उहदे कोल नहीं हैगा ते
ਇਹ ਸਭ ਤੋਂ ਵੱਡੀ ਪੂੰਜੀ ਹੈ। ਇਹ ਵੀ ਸੱਚ ਆ ਕਿ ਇਹਨੂੰ ਅਸੀਂ ਬੰਦੇ ਦੇ ਜਜ਼ਬਾਤਾਂ 'ਤੇ ਕਾਬੂ ਕਰਨ ਵਾਲਾ ਜਜ਼ਬਾ ਕਹਿੰਦੇ ਹਾਂ। ਅਸੀਂ ਇਸ ਨੂੰ ਬੰਦੇ ਦੀ ਇੱਛਾ ਸ਼ਕਤੀ, ਵਿਲ ਪਾਵਰ ਕਹਿੰਦੇ ਹਾਂ। ਅਸੀਂ ਇਸ ਨੂੰ ਬੰਦੇ ਦੀ ਆਤਮਕ ਜਿਹੜੀ ਨਿਰਭਰਤਾ ਆ, ਜਿਹਨੂੰ ਅਸੀਂ ਸੈਲਫ ਕੰਪੀਟੈਂਸੀ ਜਿਹੜੀ ਹੈ ਉਹ ਕਹਿੰਦੇ ਹਾਂ। ਦੇਰ ਸੋ ਮੈਨੀ ਡਿਫਰੈਂਟ ਵੇਜ਼, ਬਟ ਮੇਨ ਚੀਜ਼ ਜਿਹੜੀ ਹੈ ਇੱਕ ਆਪਣੇ ਆਪ ਵਿੱਚ ਸੁਰਤਿਆਬ ਹੋ ਜਾਣਾ। ਐਂਡ ਅਗੇਨ ਇਹ ਸਾਰੇ ਦਾ ਸਾਰਾ ਜਿਹੜਾ ਕੰਮ ਆ ਇਹ ਤੁਹਾਡੇ ਇੰਟਲੈਕਟ, ਬੌਧਿਕਤਾ ਅਤੇ ਤੁਹਾਡੀ ਸੈਲਫ, ਤੁਹਾਡੀ ਕੌਨਸ਼ੀਅਸ ਇਹਦੇ ਵਿੱਚ ਲਾਇਆ। ਇਹ ਜਿੰਨਾ ਜ਼ਿਆਦਾ ਅਸੀਂ, ਕਿਉਂਕਿ ਚੀਜ਼ ਗੱਲਾਂ ਇਹ ਹੁੰਦੀਆਂ ਨੇ, ਤਰਕ, ਦਲੀਲ, ਫਲਸਫਾ ਜਿਹਨੂੰ ਅਸੀਂ ਦਾਰਸ਼ਨਿਕਤਾ ਕਹਿ ਦਿੰਦੇ ਹਾਂ, ਇਹ ਸਭ ਚੀਜ਼ਾਂ ਉਤਨੀਆਂ ਹੀ ਕਾਰਗਰ ਨੇ ਸਾਡੇ ਵਾਸਤੇ ਜਿੰਨਾ ਅਸੀਂ ਇਹਨਾਂ ਨੂੰ ਅੰਡਰਸਟੈਂਡ ਕਰਦੇ ਹਾਂ। ਜਿਹੜਾ ਬੰਦਾ ਉਸ ਲੈਵਲ 'ਤੇ ਅੰਡਰਸਟੈਂਡ ਹੀ ਨਹੀਂ ਕਰਦਾ, ਗੁਰਬਾਣੀ ਨੇ ਸਾਨੂੰ ਇਹ ਸੋਝੀ ਦਿੱਤੀ ਅਤੇ ਅੱਜ ਮਾਡਰਨ ਵਰਲਡ ਵਿੱਚ ਕੁਝ ਚੀਜ਼ਾਂ ਸਾਨੂੰ ਹੋਰ ਐਵੀਨਿਊਜ਼ ਤੋਂ ਵੀ ਥੋੜ੍ਹੀਆਂ ਬਹੁਤਾਂ ਮਿਲ ਰਹੀਆਂ ਨੇ। ਕੋਈ ਨੌਲੇਜ, ਕੋਈ ਗਿਆਨ, ਕਿਸੇ ਤਰ੍ਹਾਂ ਦਾ ਵੀ ਜਿਹੜੀ ਤੁਹਾਨੂੰ ਸੰਸਾਰ 'ਚ ਐਕਸਪੋਜ਼ਰ ਮਿਲਦਾ ਹੈ, ਨਥਿੰਗ ਇਜ਼ ਰੌਂਗ, ਕੁਛ ਵੀ ਗਲਤ ਨਹੀਂ ਹੈਗਾ। ਗਲਤ ਕੀ ਹੈ? ਜਦੋਂ ਬੰਦਾ ਜਾਂ ਤਾਂ ਇਨੋਸੈਂਟਲੀ, ਮਤਲਬ ਭੋਲੇਪਨ ਦੇ ਵਿੱਚ ਹੀ, ਜਿਵੇਂ ਮਤਲਬ ਇਹ ਅਹਿਸਾਸ ਕਰੋ ਕਿ ਜਿੱਥੇ ਕਿਤੇ ਬੜੇ ਸੈਕਰੇਟ ਵੇ ਦੇ ਨਾਲ ਨਸ਼ੇ ਨੂੰ ਧਰਮ ਦਾ ਲਿਬਾਸ ਪਾ ਕੇ ਲੋਕਾਂ ਨੂੰ ਦੇ ਦਿੱਤਾ ਜਾਏ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਸਾਰਾ ਤੁਹਾਨੂੰ ਇਹੋ ਜਿਹੇ ਸੈਕਟ ਮਿਲ ਜਾਣਗੇ। ਹੁਣ ਇਹ ਕੀ ਹੈ? ਐਕਚੁਅਲੀ ਬੰਦਾ ਉੱਥੇ ਵਿਚਾਰਾ ਇਨੋਸੈਂਟ ਆ। ਚਲੋ ਨਸ਼ੇ ਨੂੰ ਛੱਡੋ, ਮਨੁੱਖ ਦਾ ਮਨੁੱਖ ਨਾਲੋਂ ਵਿਤਕਰਾ, ਇੱਕ ਮਨੁੱਖ ਦੂਜੇ ਮਨੁੱਖ ਤੋਂ ਨਫ਼ਰਤ ਕਰੇ, ਉਹਨੂੰ ਨੀਵਾਂ ਵਿਖਾਏ, ਉਹਦਾ ਪਰਛਾਵਾਂ ਵੀ ਨਾ ਪੈਣ ਦੇ, ਉਹਨੂੰ ਕਹੇ ਕਿ ਇਹ ਪੈਰਾਂ ਤੋਂ ਜਨਮਿਆ ਆ, ਇਹਦੀ ਜੂਨ ਹੀ ਇਸ ਰੂਪ ਵਿੱਚ ਰੱਬ ਨੇ ਤੈਅ ਕੀਤੀ, ਸਾਰਾ ਇਹ ਸਾਰਾ ਸੀਕ੍ਰੇਟ ਵੇ ਦੇ ਨਾਲ ਬੰਦੇ ਦੇ ਅੰਦਰ ਪਾ ਦਿਓ ਅਤੇ ਬੰਦਾ ਦੀ ਐਕਸਰਸਾਈਜ਼ ਕਰੇ ਬੜੇ ਡੀਪ ਲੈਵਲ 'ਤੇ ਕਹੇ ਇਹ ਮੈਂ ਆਪਣਾ ਧਰਮ ਪਾਲ ਰਿਹਾ ਵਾਂ। ਮਤਲਬ ਆਪ ਆਈਡੀਆ ਲਾਓ, ਜਿਹੜੇ ਲੋਕ ਇਹਦੇ ਸ਼ਿਕਾਰ ਹੋਣਗੇ ਐਟ ਏ ਫਸਟ ਲੈਵਲ, ਦੇ ਆਰ ਟੋਟਲੀ ਇਨੋਸੈਂਟ। ਉਹ ਤਾਂ ਉਹਨੂੰ ਹੀ ਪਤਾ ਹੈ ਨਾ, ਜਿਹੜਾ ਉਹਨੂੰ ਸਾਰਿਆਂ ਨੂੰ ਚਲਾ ਰਿਹਾ, ਜਿਹਨੂੰ ਪਤਾ ਹੈ ਸਾਰੇ, ਜਿਹੜਾ ਆਪਣੇ ਆਪ ਦੇ 'ਚੋਂ ਸਾਰੇ ਦਾ ਲਿਖਾਉਣ ਵਾਲਾ ਹੈਗਾ, ਪੜ੍ਹਾਉਣ ਵਾਲਾ ਹੈ, ਸਮਝਾਉਣ ਵਾਲਾ, ਜਿਹਨੂੰ ਜਿਹੜਾ ਟ੍ਰੇਲ ਫੜ ਸਕਦਾ ਉਹ। ਅਦਰਵਾਈਜ਼ ਤੇ ਲੋਕ ਇਸੇ ਰੂਪ ਵਿੱਚ ਚੱਲੀ ਜਾ ਰਹੇ। ਇਹ ਸਾਰੇ ਦੇ ਬਾਬਤ ਜਿਹੜੀ ਮੈਂ ਬੇਨਤੀ ਕਰਨੀ ਚਾਹ ਰਿਹਾ ਹਾਂ, ਕਿਸ ਤੋਂ ਪਹਿਲਾਂ ਕਿਸੇ ਦੂਰ ਚਲੇ ਜਾਈਏ, ਗੱਲ ਇਹ ਹੈ ਕਿ ਜਿੰਨੀ ਕੁ ਬਾਤ ਤੁਹਾਨੂੰ ਸਮਝ ਆਉਂਦੀ ਹੈ, ਤੁਹਾਡਾ ਇੰਟਲੈਕਟ ਤੁਹਾਨੂੰ ਹੈਲਪ ਕਰਦਾ ਆ, ਉਹ ਹੌਲੀ ਹੌਲੀ ਤੁਹਾਡੀ ਕੌਨਸ਼ੀਅਸ ਦੇ ਜ਼ਰੀਏ ਤੁਹਾਡੀ ਵਿਲ ਪਾਵਰ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਜਿੱਥੇ ਗੁਰਮਤਿ ਸਕੂਲ ਦੀ ਗੱਲ ਕਰਦੇ ਹਾਂ, ਗੁਰਮਤਿ ਸਕੂਲ ਨੇ ਪਹਿਲੇ ਦਿਨ ਤੋਂ ਇਹ ਸਮਝਾਇਆ, ਓਂਕਾਰ ਤੋਂ ਸਭ ਆਇਆ ਹੈ, ਓਂਕਾਰ 'ਚ ਹੀ ਸਭ ਸਮਾ ਜਾਣਾ। ਅਸੀਂ ਉਹਦੀ ਸ਼ਕਤੀ ਨੂੰ ਲੈ ਕੇ ਆਏ ਹਾਂ ਅਤੇ ਉਹ ਸਾਡੇ ਤੋਂ ਦੂਰ ਨਹੀਂ ਗਾ। ਸਾਨੂੰ ਤਾਂ ਇਹੋ ਜਿਹੇ ਸ਼ਬਦ ਪੜ੍ਹਾਏ ਗਏ ਕਿ ਪਿੰਗੁਲ ਪਰਬਤ ਪਾਰ ਪਰੈ ਖਲ ਚਤੁਰ ਬਕੀਤਾ, ਅੰਧਲੇ ਤ੍ਰੀਪਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮਤਲਬ ਇਹੋ ਜਿਹੇ ਸੰਗ ਵਿੱਚ ਜਿੱਥੇ ਸਾਧਕ ਬੈਠਦੇ, ਉਹਨਾਂ ਦਾ ਤੁਸੀਂ ਇੱਕ ਵਾਰੀ ਉਹਨਾਂ ਦੀ ਸ਼ੈਡੋਇੰਗ, ਉਹਨਾਂ ਦੇ ਸਾਥ ਲੈ ਲਵੋ, ਤੇ ਕੀ ਨਹੀਂ ਪੋਸੀਬਲ। ਇੱਥੋਂ ਤੱਕ ਪੋਸੀਬਲ ਆ ਕਿ ਪਿੰਗੁਲ ਪਰਬਤ ਪਾਰ ਪਰੇ, ਪਿੰਗਲਾ ਪਹਾੜ ਚੜ੍ਹ ਜਾਏ। ਸੈਲਫ ਕੌਨਫੀਡੈਂਸ, ਆਤਮ ਵਿਸ਼ਵਸਨੀਯਤਾ। ਅੱਜ ਦੀ ਦੁਨੀਆ ਦੇ ਵਿੱਚ ਪਿੰਗਲ ਮਤਲਬ ਜਿਨ੍ਹਾਂ ਲੋਕਾਂ ਦੇ ਪੈਰ ਕੱਟੇ ਜਾਂਦੇ ਜਾਂ ਬਾਏ ਬਰਥ ਕਿਸੇ ਕਿਸਮ ਦੇ ਇਸ਼ੂਜ਼ ਆ ਜਾਂਦੇ, ਇਹੋ ਜਿਹੀ ਟੈਕਨੋਲੋਜੀ ਆ ਗਈ, ਲੱਤਾਂ ਲੱਗ ਗਈਆਂ, ਸਭ ਕੁਝ ਸਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈਗਾ, ਅਸੀਂ ਕੀ ਦੇਖ ਨਹੀਂ ਪਾ ਰਹੇ। ਤੇ ਇਹ ਤੇ ਚਲੋ ਫਿਜ਼ੀਕਲ ਫਾਰਮ ਦੇ ਵਿੱਚ ਆ। ਪਿੰਗਲਾ ਲੱਤ ਤੋਂ ਹੋਣਾ, ਪਿੰਗਲਾ ਜਿਹੜਾ ਹੈਗਾ ਕਿਸੇ ਫਿਜ਼ੀਕਲ ਸਾਈਡ ਤੋਂ ਚੈਲੰਜਸ ਆ ਜਾਣੇ, ਇਹ ਬੜੀ ਵੱਡੀ ਗੱਲ ਸਾਨੂੰ ਲੱਗਦੀ। ਪਰ ਇੱਕ ਲੈਵਲ 'ਤੇ ਜਦੋਂ ਬੰਦਾ ਮੈਂਟਲੀ ਡਿਸਆਰਟਡ ਹੋਏ, ਜਦੋਂ ਬੰਦਾ ਮਾਨਸਿਕ ਤੌਰ 'ਤੇ ਕਿਸੇ ਚੈਲੰਜ ਦੇ ਵਿੱਚ ਹੋਏ, ਮੈਂ ਤਾਂ ਲੰਬੇ ਸਮੇਂ ਤੋਂ ਮੈਂਟਲ ਹੈਲਥ ਨਾਲ ਕੰਮ ਕਰ ਰਿਹਾ ਵਾਂ, ਅਤੇ ਸਾਨੂੰ ਇਹ ਬਿਆਨ ਕੀਤਾ ਜਾਂਦਾ ਵੀ ਸਪੋਜ਼ ਕਰੋ ਅੱਜ ਕੱਲ੍ਹ ਵੱਡੇ ਲੈਵਲ 'ਤੇ ਤੁਹਾਨੂੰ ਆਲੇ ਦੁਆਲੇ ਮਿਲਦਾ ਆ, ਡਾਕਟਰ ਡਾਇਗਨੋਸ ਕਰ ਦਿੰਦੇ ਨੇ ਫਲਾਣਾ ਇੰਡੀਵਿਜੂਅਲ ਹੀ ਇਜ਼ ਬਾਈਪੋਲਰ,
he is dealing or she is dealing with some kind of ADHD, he or she is having some kind of conquered disorders, he or she has some kind of dual personality disorder। ਇਹੋ ਜਿਹੀਆਂ ਚੀਜ਼ਾਂ ਰੋਜ਼ਮर्रा ਆਲੇ ਦੁਆਲੇ ਮਿਲ ਜਾਂਦੀਆਂ। ਤੇ ਕਈ ਵਾਰ ਘਰਾਂ ਦੇ ਮੈਂਬਰ ਜਿਹੜੇ ਦੂਸਰੇ ਨੇ ਉਹ ਕਈ ਵਾਰੀ ਕਹਿਣਗੇ ਭਾਈ ਸਾਹਿਬ ਕਿਹੜੀਆਂ ਗੱਲਾਂ ਕਰਦੇ ਹੋ, ਇਹ ਠੀਕ ਠਾਕ ਤੇ ਹੈ, ਇਹਨੂੰ ਕੀ ਹੋਇਆ, ਇਹ ਗੱਲ ਕਿਉਂ ਨਹੀਂ ਸਮਝਦਾ ਸਾਡੀ। ਇਹ ਦੇਖੋ ਕੱਲ ਪੂਰਾ ਦਿਨ ਠੀਕ ਰਿਹਾ ਤੇ ਅੱਜ ਫਿਰ ਉਹੀ ਤਮਾਸ਼ਾ ਨੇ ਖੜਾ ਕਰ ਦਿੱਤਾ, ਅੱਜ ਫਿਰ ਸਮੱਸਿਆ ਖੜੀ ਹੋ ਗਈ, ਬਾਈਪੋਲਰ। ਹੁਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਿਉਂਕਿ ਵਿਜ਼ੀਬਲ ਤੇ ਹੈ ਨਹੀਂ ਕੁਛ ਵੀ। ਬੰਦਾ ਇੱਕ ਦਿਨ ਇੱਕ ਹਫ਼ਤਾ ਬਿਲਕੁਲ ਠੀਕ ਰਿਹਾ, ਅੱਜ ਹਫ਼ਤੇ ਬਾਅਦ ਆਹ ਚੀਜ਼ ਵਾਪਰ ਗਈ। ਮੈਨੂੰ ਕਈ ਵਾਰੀ ਐਗਜ਼ਾਮਪਲ ਇਸ ਤਰ੍ਹਾਂ ਦਿੰਦਾ ਆ, ਜੇ ਕੋਈ ਫਿਜ਼ੀਕਲ ਡਿਸੇਬਲ ਹੋਏ, ਡਿਸੇਬਿਲਿਟੀ ਹੋਏ, ਕੋਈ ਫਿਜ਼ੀਕਲ ਸਾਈਡ ਤੋਂ ਕਿਸੇ ਦੀ ਬਾਂਹ ਨਾ ਕੰਮ ਕਰੇ, ਸਪੋਜ਼ ਕਰੋ ਇੱਕ ਬੰਦੇ ਦੀ ਕੁਝ ਬਾਂਹ ਨੂੰ ਪ੍ਰੋਬਲਮ ਆ ਗਈ, ਸੱਟ ਲੱਗ ਗਈ ਅਤੇ ਉਹਦੀ ਬਾਂਹ ਜਿਹੜੀ ਹੈ ਉਹ ਵਜ਼ਨ ਨਹੀਂ ਚੱਕ ਸਕਦੀ, ਕੁਛ ਨਹੀਂ ਚੱਕ ਸਕਦੀ, ਅਤੇ ਤੁਸੀਂ ਤੁਹਾਡੇ ਨਾਲ ਉਹ ਵਾਕ ਕਰਦਾ, ਤੁਸੀਂ ਗਰੋਸਰੀ ਕਰਕੇ ਆ ਰਹੇ ਹੋ, ਤੁਹਾਡੇ ਕੋਲ ਹੈਵੀ ਬੈਗ ਆ ਅਤੇ ਤੁਸੀਂ ਭਾਵੇਂ ਤੰਗ ਵੀ ਹੋ ਰਹੇ ਹੋ ਆਪਣੇ ਹੱਥਾਂ ਦੇ ਵਿੱਚ ਹੈਵੀ ਬੈਗ ਚੱਕ ਕੇ, ਅਤੇ ਨਾਲ ਉਹ ਬੰਦਾ ਵਿਹਲਾ ਤੁਰ ਰਿਹਾ ਆ, ਤੁਸੀਂ ਬਿਲਕੁਲ ਵੀ ਇਹ ਚੀਜ਼ ਡੇਅਰ ਨਹੀਂ ਕਰੋਗੇ, ਬਿਲਕੁਲ ਪੂਰਾ ਆਪਣੇ ਆਪ ਵਿੱਚ ਤੁਹਾਨੂੰ ਅਹਿਸਾਸ ਹੋਏਗਾ, ਤੁਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਬਿਲਕੁਲ ਸੋਚੋਗੇ ਕਿ ਨਹੀਂ ਇਹਨੂੰ ਨਹੀਂ ਕਹਿਣਾ ਹੈ ਵੀ ਮਤਲਬ ਮੇਰਾ ਬੈਗ ਚੱਕ। ਕਿਵੇਂ ਚੱਕੇਗਾ, ਉੱਥੇ ਵਿਚਾਰੇ ਦੀ ਬਾਂਹ ਟੁੱਟੀ ਹੈ, ਬਾਂਹ ਪੀੜ ਕਰਦੀ ਹੈ। ਅਸੀਂ ਕਿਸੇ ਲੈਵਲ 'ਤੇ ਅਸੀਂ ਰਾਈਟ ਵੇ ਉਹਦੀ ਉਸ ਚੀਜ਼ ਨੂੰ, ਜੋ ਅਗਲਾ ਬੰਦਾ ਕਹੇਗਾ ਵੀ ਨਾ ਵੀ ਆਮ ਸੌਰੀ ਆਈ ਐਮ ਨੋਟ ਏਬਲ ਟੂ ਹੈਲਪ ਯੂ ਐਕਚੁਅਲੀ in this weight, ਤੁਸੀਂ ਉਹਨੂੰ ਕਹੋਗੇ ਇਟਸ ਓਕੇ, ਆਈ ਨੋ, ਡੋਂਟ ਵਰੀ, ਡੋਂਟ ਫੀਲ ਐਕਚੁਅਲੀ ਬੈਡ, ਡੋਂਟ ਹੈਵ ਐਨੀ ਗਿਲਟੀ, ਆਈ ਨੋ ਯੂ ਆਰ ਨੋਟ ਏਬਲ ਟੂ ਐਕਚੁਅਲੀ ਡੂ ਦੈਟ। ਇਹਦਾ ਮਤਲਬ ਇਹ ਹੈ ਜਿਹੜੀ ਫਿਜ਼ੀਕਲ ਡਿਸੇਬਿਲਿਟੀ ਹੈ, ਪਿੰਗਲਾਪਨ ਹੈ, ਉਹ ਦਿਸ ਰਿਹਾ ਆ, ਜਿਹੜਾ ਮੈਂਟਲੀ ਪਿੰਗਲਾਪਨ ਹੈ ਉਹ ਦਿਸਦਾ ਨਹੀਂ। ਇਸੇ ਲਈ ਫਿਰ ਜ਼ਿਆਦਾ ਸਟਰਗਲ ਵੱਧਦੀ ਹੈ। ਗੁਰੂ ਬਾਬਾ ਜਿਹੜੀ ਬਾਤ ਕਰਦੇ ਪਿੰਗੁਲ ਪਰਬਤ ਪਾਰ ਪਰ ਹੈ, ਜਿਹਨੂੰ ਮੈਂਟਲੀ ਕੋਈ ਚੈਲੰਜਸ ਨੇ, ਉਸ ਲੈਵਲ 'ਤੇ ਚੈਲੰਜਸ ਨੇ, ਉਹਨਾਂ ਨੂੰ ਵੀ ਪਰਬਤ ਪਹਾੜ ਚੜ੍ਹ ਸਕਦੇ ਨੇ, ਵੱਡੀਆਂ ਵੱਡੀਆਂ ਮੁਸ਼ਕਿਲਾਂ ਵਿਪਤਾਂ ਨੂੰ ਪਾਰ ਕਰ ਸਕਦੇ ਨੇ। ਇਹ ਸਭ ਕਿੱਥੋਂ ਆਏਗਾ, ਜਦੋਂ ਭਰੋਸਾ ਹੋਏਗਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਜਦੋਂ ਬੰਦਾ ਉਸ ਮੈਲ ਰਹਿਤ ਜੀਵਨ ਦੇ ਵਿੱਚ ਆ ਜਾਂਦਾ ਹੈ, ਉਸ ਕਰਤਾਰ ਦੇ ਨਾਲ ਆਤਮਸਾਤ ਹੋ ਜਾਂਦਾ ਹੈ, ਇਹ ਨਾਮ ਦਾ ਵਸਾ ਆ। ਬੀਤੇ ਕੱਲ੍ਹ ਵੀ ਬਾਤ ਹੋਈ ਸੀ, ਬੜੇ ਜਿਹੜਾ ਹੈਗਾ ਲੰਮੇ ਚੌੜੇ ਉਸ ਸਰੂਪ ਦੇ ਡਿਸਕਸ਼ਨ ਦੇ ਵਿੱਚ ਕਿਸੇ ਸ਼ਬਦ ਪੜ੍ਹ ਰਹੇ ਹਾਂ, ਸਿੱਖਾਂ ਨੂੰ ਵਿਸਾਹ ਦਾਨ, ਭਰੋਸਾ ਦਾਨ, ਲਫ਼ਜ਼ ਨੇ ਅਰਦਾਸ ਤੇ, ਦਾਨਾ ਸਿਰਦਾਨ ਨਾਮ ਦਾਨ। ਵਿਸਾਹ ਆ, ਭਰੋਸਾ ਆ, ਨਾਮ ਬੜੀ ਵੱਡੀ ਨਵਾਜ਼ਿਸ਼ ਹੈ। ਪਰ ਇਹ ਜੇ ਵਿਸਾਹ ਭਰੋਸੇ ਵਰਗੀ ਬਾਤ ਅੰਦਰ ਨਹੀਂ ਆ ਰਹੀ ਤੇ ਫਿਰ ਨਾਮ ਤੇ ਬੜੀ ਬਹੁਤ ਦੂਰ ਹੈ। ਜੇ ਗੁਰੂ ਬਾਬਾ ਜੀ ਗੁਰੂ ਰਾਮਦਾਸ ਸਾਹਿਬ ਨੇ ਕਿਹਾ, ਮੈਂ ਹਰ ਹਰ ਨਾਮ ਵਿਸਾਹ, ਮੇਰੇ ਲਈ ਨਾਮ ਤੇ ਦਾਤ ਵਿਸਾਹ ਦੇ ਰੂਪ ਵਿੱਚ ਆਇਆ, ਭਰੋਸੇ ਦੇ ਰੂਪ ਵਿੱਚ ਆਇਆ। ਇਤਨਾ ਵਿਸ਼ਵਾਸ, ਅਟਲ ਵਿਸ਼ਵਾਸ। ਤੇ ਮੈਂ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਬਾਰੇ ਕੁਝ ਬਾਤਾਂ ਵੀ ਬਿਆਨ ਕੀਤੀਆਂ ਸੀਗੀਆਂ ਕਿ ਜੇ ਸੈਲਫ ਕੌਨਫੀਡੈਂਸ ਨਾ ਹੁੰਦਾ, ਉਹ ਮੋਰਾਲ ਨਾ ਹੁੰਦਾ, ਤੇ ਜਿਸ ਮੁਰਾਤਬੇ ਨੂੰ, ਜਿਸ ਕੈਲੀਬਰ ਨੂੰ ਗੁਰੂ ਰਾਮਦਾਸ ਸਾਹਿਬ ਨੇ ਇੰਜੋਏ ਕੀਤਾ, ਜਿਸ ਨੂੰ ਉਹਨਾਂ ਨੇ ਅਟੇਨ ਕੀਤਾ, ਪੋਸੀਬਲ ਸੀਗਾ। ਜਨਮ ਦੇ ਨਾਲ ਹੀ ਮਾਂ ਬਾਪ ਚਲੇ ਗਏ ਨੇ, ਕੋਈ ਸੋਸ਼ਲ, ਇਕਨੋਮਿਕਲ, ਪੋਲੀਟੀਕਲ ਕੋਈ ਸਪੋਰਟ ਹੀ ਨਹੀਂ ਹੈ ਕਿਸੇ ਪਾਸੇ ਤੋਂ। ਮਗਰ ਫਿਰ ਇੱਕ ਐਸੀ ਪਰਸਨੈਲਿਟੀ, ਇੱਕ ਐਸਾ ਕੈਲੀਬਰ ਧਰਤੀ ਤੇ ਲਿਆਉਣਾ ਜਿਹਦੇ ਤੋਂ ਬਾਅਦ ਤੁਸੀਂ ਪੂਰਾ ਦਾ ਪੂਰਾ ਤਵਾਰੀਖ ਬਦਲਦੀ ਹੈ, ਇੱਕ ਯੁੱਗ ਪੁਰਸ਼ ਦੇ ਰੂਪ ਦੇ ਵਿੱਚ। ਇਹ ਵਸਾਹ ਆ। ਗੁਰੂ ਰਾਮਦਾਸ ਸਾਹਿਬ ਖੁਦ ਕਹਿੰਦੇ, ਮੈਂ ਹਰ ਹਰ ਨਾਮ ਵਿਸਾਹ, ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਆਥਾ। ਬਾਕੀ ਦੇਣ ਵਾਲਾ ਪੂਰਾ ਗੁਰੂ ਹੈ। ਹਿਸਟਰੀ ਦੇ ਵਿੱਚ ਬੜੇ ਡੀਪ ਲੈਵਲ 'ਤੇ ਚੀਜ਼ਾਂ ਸਮਝਣ ਵਾਲੀਆਂ ਨੇ, ਸਮਝਾਉਣ ਵਾਲੀਆਂ ਨੇ, ਦੇਖਣ ਵਾਲੀਆਂ ਨੇ। ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰੂ ਰਾਮਦਾਸ ਸਾਹਿਬ ਦੇ ਜੀਵਨ 'ਤੇ ਜਿਹੜਾ ਪ੍ਰਭਾਵ ਆ, ਜਿਹਨੂੰ ਮੈਂ ਕਿਹਾ ਕਿ ਬਚਨ ਪੜ੍ਹ ਰਹੇ ਸੀ ਕਿ ਮਹਿਮਾ ਸਾਧੂ ਸੰਗ ਕੀ, ਆ ਸਾਧੂ ਸੰਗ ਆ। ਇੱਥੇ ਗੁਰੂ ਅਮਰਦਾਸ ਸਾਹਿਬ ਸੋਰਸ ਆ, ਜਿਨ੍ਹਾਂ ਦੀ ਸ਼ੈਡੋਇੰਗ ਦੇ ਵਿੱਚ ਇੱਕ ਪਰਸਨੈਲਿਟੀ ਜਿਹੜੀ ਹੈ ਉਹ ਇੱਕ ਲੈਵਲ ਨਾਲ ਸ਼ੇਪ ਲੈਂਦੀ ਹੈ, ਗੁਰੂ ਰਾਮਦਾਸ ਸਾਹਿਬ। ਸੋ ਇਹ ਗੁਰੂ ਦਾ ਇੱਕ ਪ੍ਰਤਾਪ ਆ। ਇੱਥੇ ਬਚਨ ਆਇਆ, ਗੁਰਪੂਰੇ ਤੇ ਪਾਇਆ, ਉਸ ਪੂਰੇ ਗੁਰੂ ਦੇ ਉਸ ਸੋਰਸ ਤੋਂ ਪ੍ਰਾਪਤ ਕੀਤਾ। ਅੰਮ੍ਰਿਤ ਅਗਮ ਆਥਾ, ਜੋ ਆਤਮਿਕ ਜੀਵਨ ਦਾ ਰਸ ਆ, ਆਨੰਦ ਆ, ਨੈਕਟਰ ਆ,
ਉਹ ਇੰਦਰੀਆਂ ਦੀ ਪਹੁੰਚ ਤੋਂ ਵੀ ਪਰੇ ਹੈ ਅਤੇ ਅਥਾਹ ਬੁੱਧੀ ਦੀ ਪਹੁੰਚ ਤੋਂ ਵੀ ਪਰੇ ਆ। ਇੰਟਲੈਕਟ ਜ਼ਰੂਰ ਤੁਹਾਡੀ ਹੈਲਪ ਕਰਦਾ ਚੀਜ਼ਾਂ ਨੂੰ ਸਮਝਾਉਣ ਦੇ ਵਿੱਚ, ਪਰ ਇੱਕ ਲੈਵਲ 'ਤੇ ਜਾ ਕੇ ਇਹ ਵੀ ਗਿਵ ਅਪ ਕਰ ਜਾਂਦਾ, ਕਹਿੰਦਾ ਮੈਂ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ ਵਟ ਵੀ ਹੈਵ, ਵਟ ਵੀ ਆਰ ਏਬਲ ਟੂ ਇੰਜੋਏ। ਰਹਾਓ ਤਾਂ ਪਦਾ ਆ। ਹੁਣ ਅਗਲੇਰਾ ਜੋ ਪਹਿਲਾ ਪਦਾ ਬਣਦਾ ਹੈ, ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ। ਅੰਦਰ ਸੱਚਾ ਨੇ, ਅਕਸਰ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਅਸੀਂ ਰੈਪੀਟੀਸ਼ਨ ਵਿੱਚ ਪੜ੍ਹਦੇ ਰਹਿੰਦੇ ਹਾਂ। ਆਸਾ ਕੀ ਵਾਰ ਪੜ੍ਹੋ, ਸੱਚਿਆਰ ਹੋਣਾ ਆ, ਸੱਚ ਤੱਕ ਪਹੁੰਚਣਾ ਆ। ਅਤੇ ਗੁਰੂ ਨਾਨਕ ਸਾਹਿਬ ਕਿੰਨਾ ਸਰਲ ਭਾਵ ਵਿੱਚ ਬਿਆਨ ਕਰਦੇ, ਮਹਾਰਾਜ ਕਹਿੰਦੇ ਸੱਚ ਤਾਂ ਪਰਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਸੀਏ ਤਾਂ ਪਾਏ ਮੋਖ ਦੁਆਰ। ਆਪ ਆਈਡੀਆ ਲਾਓ, ਅਮਰੀਕਾ ਦੇ ਵਿੱਚ, ਈਵਨ ਇੰਗਲੈਂਡ ਦੇ ਵਿੱਚ ਵੀ ਕੁਝ ਸਕੂਲ ਹੈਗੇ ਨੇ ਜਿੱਥੇ ਬੱਚੇ ਆਉਂਦੇ ਨੇ, ਜਿਹੜੇ ਐਜੂਕੇਸ਼ਨਲ ਕਾਉਂਸਲਰ ਨੇ ਉਹਨਾਂ ਬੱਚਿਆਂ ਨੂੰ ਓਬਜ਼ਰਵ ਕਰਦੇ ਨੇ। ਬੈਠੇ ਬੱਚੇ ਨੂੰ ਬਾਇਓਲੋਜੀ ਡਿਸਕਸ ਹੋ ਰਹੀ ਹੈ, ਕੈਮਿਸਟਰੀ ਡਿਸਕਸ ਹੋ ਰਹੀ ਹੈ, ਕੁਝ ਹੋਰ ਸਾਇੰਸ ਦੇ ਡਿਫਰੈਂਟ ਕੰਪੋਨੈਂਟ ਡਿਸਕਸ ਹੋ ਰਹੇ ਨੇ। ਬੱਚੇ ਦੇ ਹਾਵ ਭਾਵ, ਉਹਦੀ ਪਾਰਟੀਸਪੇਸ਼ਨ, ਉਹਦੀ ਇੰਗੇਜਮੈਂਟ, ਉਹ ਸਾਰੇ ਨੂੰ ਕਾਉਂਸਲਰ ਬੈਠ ਕੇ ਨੋਟ ਕਰਦਾ ਆ। ਉਹ ਜਿਹੜਾ ਹੈਗਾ ਨੋਟ ਕਰਨ ਦੇ ਦੌਰਾਨ, ਮਤਲਬ ਪੂਰੇ ਸਬਜੈਕਟ ਪੜ੍ਹਨ ਦੇ ਵਿੱਚ, ਬਾਅਦ ਵਿੱਚੋਂ ਐਗਜ਼ੈਕਟਲੀ ਇਹ ਦੱਸ ਦਿੰਦਾ ਆ ਜਿਹੜਾ ਤੇਰਾ ਇਨਰ ਐਬਿਲਿਟੀ ਹੈ, ਜਿਹੜੀ ਤੇਰੀ ਸਟਰੈਂਥ ਆ, ਕਾਹਦੇ ਵਿੱਚ ਜ਼ਿਆਦਾ ਆ, ਕਿਹੜਾ ਸਬਜੈਕਟ ਆ ਜਿਹਦੇ 'ਚ ਜੇ ਤੂੰ ਆਪਣੇ ਆਪ ਨੂੰ ਉਸ ਡਾਇਰੈਕਸ਼ਨ 'ਚ ਲੈ ਕੇ ਜਾਏਗਾ, ਤੇਰੇ ਲਈ ਬਹੁਤ ਈਜ਼ੀ ਹੋਏਗਾ, ਆਸਾਨੀ ਹੋਏਗੀ, ਬੜੀ ਆਸਾਨੀ ਨਾਲ ਤੂੰ ਉਹਨੂੰ ਉਹਦੇ ਤੋਂ ਉੱਤੇ ਮਾਸਟਰ ਬਣ ਜਾਏਗਾ। ਉਹ ਸਾਰੇ ਤੋਂ ਪਤਾ ਕਦੋਂ ਲੱਗਦਾ ਹੈ, ਜਦੋਂ ਦੇ ਹਾਵ ਭਾਵ, ਉਹਦੀ ਸਾਰਾ ਕੁਛ ਬਦਲਦਾ ਆ। ਜਿਹੜੇ ਸਬਜੈਕਟ ਨੂੰ ਉਹ ਚਾਅ ਨਾਲ, ਖੁਸ਼ੀ ਨਾਲ, ਬੜੇ ਖੁੱਲ੍ਹੇ ਮਨ ਦੇ ਨਾਲ ਜਿਹੜਾ ਹੈਗਾ ਗ੍ਰੈਬ ਕਰਨ ਦੀ ਟਰਾਈ ਕਰਦਾ ਆ। ਜਦੋਂ ਅਸੀਂ ਅਧਿਆਤਮਿਕ ਤਲ 'ਤੇ ਬਾਤ ਕਰੀਏ ਅਤੇ ਕਿਉਂਕਿ ਇਹ ਸਾਡੀ ਸਾਰਿਆਂ ਦੀ ਹੀ ਲੋੜ ਆ, ਇਹ ਸਾਡੀ ਸਾਰਿਆਂ ਦੀ ਹੀ ਇੱਕ ਨੀਡ ਆ, ਅਤੇ ਇਹਦੇ ਵਿੱਚ ਗੁਰੂ ਬਾਬਾ ਜੀ ਕਹਿੰਦੇ ਤੂੰ ਦੂਰ ਨਹੀਂ ਜਾ ਸਕਦਾ। ਜੇ ਤੂੰ ਇਹਨੂੰ ਪ੍ਰਾਪਤ ਕਰਨਾ ਆ ਤਾਂ ਫਿਰ ਰਾਹ ਇਹੋ ਹੀ ਹੈ ਕਿ ਅੰਦਰ ਸੱਚਾ ਨੇਹ, ਤੇਰੇ ਅੰਦਰ ਸੱਚ ਲਈ ਨੇਹ ਪ੍ਰਾਪਤ ਹੋਏ, ਖਲੂਸ ਹੋਏ, ਮੁਹੱਬਤ ਹੋਏ। ਹੁਣ ਇਹਨੂੰ ਹੋਰ ਰੰਗ 'ਚ ਲੈ ਲਈਏ। ਦੇਖੋ ਅੱਜ ਇਹ ਕਿ ਮੈਂ ਦੇਖਾਂ ਪਦਾਰਥ ਦੀ ਬਹੁਤਾਇਤ ਨੇ ਸਾਡਾ ਪਰਿਵਾਰਕ ਜੀਵਨ, ਸਮਾਜਿਕ ਜੀਵਨ, ਰਾਜਸੀ ਜੀਵਨ, ਹਰ ਤਰ੍ਹਾਂ ਦਾ ਪੱਖ ਜਿਹੜਾ ਹੈਗਾ ਉਹ ਪ੍ਰਭਾਵਿਤ ਕੀਤਾ ਆ। ਪੋਜ਼ੀਟਿਵ ਸਾਈਡ ਨੂੰ ਕੀਤਾ, ਇਹਦਾ ਤਾਂ ਬਹੁਤਾ ਸਾਡੇ ਕੋਲ ਡਾਟਾ ਨਹੀਂ ਗਾ, ਪਰ ਨੈਗੇਟਿਵ ਸਾਈਡ ਨੂੰ ਕੀਤਾ, ਹਾਂ ਇਹ ਤਾਂ ਪੂਰਾ ਡਾਟਾ ਪਿਆ ਆ। ਪਦਾਰਥ ਦੀ ਬਹੁਤਾਇਤ ਨੇ, ਚੀਜ਼ਾਂ ਦੀ ਜਿਹੜੀ ਅਹਿਮੀਅਤ ਆ, ਇੰਪੋਰਟੈਂਸ ਆ, ਜਿਹੜਾ ਉਹਨਾਂ ਦਾ ਐਕਚੁਅਲ ਰੋਲ ਆ, ਉਹਨੂੰ ਅਸੀਂ ਮਾਈਨਸ ਕਰ ਦਿੱਤਾ। ਜਾਂ ਸਪੋਜ਼ ਕਰੋ ਮੈਂ ਜ਼ਿਆਦਾ ਨਹੀਂ, 20-25 ਸਾਲ ਪਿੱਛੇ ਤੇ ਇੰਡੀਅਨ ਸਬ ਕੰਟੀਨੈਂਟ ਦੇ ਉਸ ਰੂਪ 'ਚ ਬਾਤ ਕਰਾਂ, ਕਿਸੇ ਇੰਡੀਵਿਜੂਅਲ ਦੇ ਕੋਈ ਨਵਾਂ ਸੂਟ ਜਿਹੜਾ ਹੈਗਾ ਸਟਿਚਿੰਗ ਹੋ ਕੇ ਆਵੇ, ਨਵਾਂ ਸੂਟ ਸੀਪ ਕੇ ਆਵੇ, ਬਹੁਤ ਚਾਅ ਹੋਏਗਾ। ਐਕਸਟਰਾ ਜਿਹੜਾ ਹੈਗਾ ਆ ਕੌਸ਼ੀਅਸ ਹੋ ਕੇ ਬੰਦਾ ਪਾਏਗਾ, ਕਿਤੇ ਮੈਲ ਨਾ ਲੱਗ ਜਾਏ, ਕਿਤੇ ਫਟ ਨਾ ਜਾਏ, ਤੇ ਖੁਸ਼ੀ ਦੀ ਇੱਕ ਇੰਤਹਾ ਵੀ ਹੋਏਗੀ। ਹੁਣ ਅੱਜ 25 ਸਾਲ ਬਾਅਦ ਅਸੀਂ ਆ ਜਾਈਏ ਅਤੇ ਅੱਜ ਦੇ ਇਸ ਇਨਵਾਇਰਮੈਂਟ ਦੇ ਵਿੱਚ, ਘਰਾਂ ਥਾਵਾਂ ਦੇ ਵਿੱਚ ਲੋਕੀ ਨਵੇਂ ਕੱਪੜੇ ਸਟੋਰ ਤੋਂ ਜਾਂ ਕੋਵਿਡ ਦੇ ਟਾਈਮ ਦੇ ਵਿੱਚ ਆਰਡਰ ਕੀਤੇ ਆ ਗਏ, ਲਿਆ ਕੇ ਦੇਖੇ, ਮਤਲਬ ਦੇਖਿਆ ਕੁਛ ਨਥਿੰਗ। ਵੱਡੇ ਨੂੰ ਤਾਂ ਸ਼ਾਇਦ ਕਿਸੇ ਨੂੰ ਹੋਏ ਵੀ ਚਲੋ ਇੰਨੇ ਪੈਸੇ ਸਪੈਂਡ ਕੀਤੇ, ਵਰਥ ਆ ਚੀਜ਼ ਆ। ਜੇ ਕੋਈ ਯੰਗ ਬੱਚਾ ਆ, ਉਹ ਤਾਂ ਸ਼ਾਇਦ ਵੇਖਿਆ ਵੀ ਨਾ, ਨਥਿੰਗ, ਆਈ ਡੋਂਟ ਲਾਈਕ ਇਟ। ਕਮਾਲ ਹੋ ਗਈ। ਇਹ ਜਿਹੜੀ ਚੀਜ਼ ਆ ਪਦਾਰਥ ਦੇ ਬਾਰੇ ਬਹੁਤਾਇਤ ਆ, ਹੂ ਕੇਅਰ। ਫਿਰ ਇਕੱਲਾ ਇਹ ਨਹੀਂ, ਇਹਦਾ ਇੰਪੈਕਟ ਜਿਹੜਾ ਆ ਉਹ ਪਰਿਵਾਰਕ ਜ਼ਿੰਦਗੀ 'ਤੇ ਪਏਗਾ। ਪਰਿਵਾਰਕ ਜ਼ਿੰਦਗੀ 'ਤੇ ਕਿਵੇਂ ਪਏਗਾ? ਕੋਈ ਤੁਹਾਡੇ ਵਾਸਤੇ ਐਕਸਟਰਾ ਮਾਈਲ ਚੱਲ ਕੇ ਤੁਹਾਡੀ ਕੋਈ ਸਪੋਰਟ ਕਰਦਾ ਆ, ਤੁਹਾਨੂੰ ਕੋਈ ਸੇਵਾ ਕਰਦਾ ਆ, ਪਿਆਰ ਕਰਦਾ ਆ, ਕੋਈ ਵੈਲਿਊ ਨਹੀਂ ਉਹਦੀ, ਕਿਉਂਕਿ ਕਲਚਰ ਇਸ ਕਿਸਮ ਦਾ ਆ। ਫਿਰ ਇੱਥੇ ਸੋਸ਼ਲ ਸਟਰਕਚਰ ਦੇ ਵਿੱਚ ਜਿਹੜੇ ਲੋਕ ਵਲੰਟੀਅਰ ਵਰਕ ਕਰਦੇ ਨੇ, ਕੈਨੇਡਾ ਦੇ ਵਿੱਚ ਵਲੰਟੀਅਰ ਵਰਕ ਅਸੈਂਸ਼ੀਅਲ ਕੀਤਾ ਆ। ਬੱਚੇ ਨੇ, ਇੰਟਰਨੈਸ਼ਨਲ ਸਟੂਡੈਂਟਸ ਲੈ ਲਓ, ਜੋ ਮਰਜ਼ੀ, ਪਹਿਲਾਂ ਨਹੀਂ ਸੀ ਐਵੇਂ ਹੋਗਾ, ਮੇਰੇ ਵਹਿੰਦਿਆਂ ਸਭ ਚੀਜ਼ਾਂ ਬਦਲੀਆਂ। ਤੁਸੀਂ ਕਿਸੇ ਯੂਨੀਵਰਸਿਟੀ ਅਪਲਾਈ ਕੀਤਾ, ਤੁਸੀਂ ਕਿਸੇ ਕਾਲਜ ਇੰਸਟੀਟਿਊਸ਼ਨ ਅਪਲਾਈ ਕੀਤਾ, ਕੋਈ ਚੀਜ਼ ਜਗ੍ਹਾ ਦੇ ਉੱਤੇ ਵਲੰਟੀਅਰ ਆਵਰ ਲੈ ਕੇ ਆਓ, ਫਲਾਂ ਲੈ ਕੇ ਆਓ।
ਲੋਕੀ ਵੈਲਿਊ ਹੀ ਕਰਨਾ ਹਟ ਗਏ। ਸੁਸਾਇਟੀ ਨੂੰ ਜਿਹੜਾ ਪੇ ਬੈਕ ਕਰਨ ਵਾਲਾ ਕਨਸੈਪਟ ਆ, ਇਹ ਸਮਝ ਇਹ ਖਤਮ ਹੀ ਹੋ ਗਿਆ। ਬੰਦਾ ਇਸ ਤਰੀਕੇ ਦੇ ਸੁਣੇ, ਇਹ ਸਾਰੇ ਦੇ ਵਿੱਚ ਸੋਸ਼ਲ ਸਟਰਕਚਰ ਦੇ ਤੁਸੀਂ ਦੇਖੋ, ਜਿਹਨੂੰ ਅਸੀਂ ਕਰਟਸੀ ਕਹਿੰਦੇ ਆ, ਜਿਹਨੂੰ ਅਸੀਂ ਸਹਾਨੂਭੂਤੀ ਕਹਿੰਦੇ ਆ, ਜਿਹਨੂੰ ਅਸੀਂ ਇੱਕ ਦੂਜੇ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਸੰਵੇਦਨ ਰੂਪ ਵਿੱਚ ਆ ਕੇ ਕਿਸੇ ਦੀ ਸੰਵੇਦਨਾ, ਕਿਸੇ ਦੀ ਮਦਦ ਉਸ ਲੈਵਲ 'ਤੇ ਕਰਨ ਦੀ ਬਾਤ, ਇਹ ਸਭ ਚੀਜ਼ਾਂ ਚਲੀਆਂ ਗਈਆਂ। ਫਿਰ ਇਹੀ ਚੀਜ਼ ਜਿਹੜੀ ਹੈ ਪੋਲੀਟੀਕਲ ਸਿਸਟਮ ਹੈ, ਤੁਸੀਂ ਦੇਖ ਲਓ ਅੱਜ ਲੋਕੀ ਪੋਲੀਟੀਕਲ ਸਿਸਟਮ ਨੂੰ ਲਿਟਰਲੀ ਤੌਰ 'ਤੇ ਕਹਿੰਦੇ ਨੇ ਇਟਸ ਅ ਬਿਜ਼ਨਸ ਮਾਡਲ। ਹਾਲਾਂਕਿ ਡੈਮੋਕ੍ਰੇਸੀ ਦੇ ਵਿੱਚ ਰਾਜਸੀ ਨਿਜ਼ਾਮ ਬਿਜ਼ਨਸ ਮਾਡਲ ਨਹੀਂ ਹੈਗਾ। ਇਹ ਤੇ ਬੰਦਾ ਜਿਹੜਾ ਇਹ ਸੋਚਦਾ ਆ ਕਿ ਦੇਖੋ ਜੋ ਕੁਝ ਸਾਡੇ ਆਲੇ ਦੁਆਲੇ ਹੋ ਰਿਹਾ ਆ, ਜਿਹੜੀਆਂ ਵੈਲਿਊਜ਼ ਜਾਂ ਜਿਹੜੇ ਰੂਲਸ ਜਾਂ ਜਿਹੜੇ ਰੂਲ ਰੈਗੂਲੇਸ਼ਨਸ ਨੂੰ ਅਸੀਂ ਫੋਲੋ ਕਰਵਾਉਣਾ ਹੈ ਜਾਂ ਕਰ ਰਹੇ ਹਾਂ, ਉਹ ਠੀਕ ਤਰ੍ਹਾਂ ਇੰਪਲੀਮੈਂਟ ਨਹੀਂ ਹੋ ਰਹੇ, ਜਾਂ ਉਹਨਾਂ 'ਚ ਕੋਈ ਅਮੈਂਡਮੈਂਟ ਦੀ ਲੋੜ ਹੈ, ਜਾਂ ਕੋਈ ਡਿਫਰੈਂਟ ਕਿਸਮ ਦੀ ਪਾਲਿਸੀਜ਼ ਜਿਹੜੀ ਹੈ ਉਹਨਾਂ ਨੂੰ ਅਮੈਂਡਮੈਂਟ ਕੀਤੀ, ਉਹਦੇ ਵਾਸਤੇ ਬੰਦਾ ਡੈਡੀਕੇਟਡ ਹੋ ਕੇ ਆਉਂਦਾ ਆ, ਤਾਂ ਜਾ ਕੇ ਡੈਮੋਕ੍ਰੇਸੀ ਜਿਹੜੀ ਹੈ ਉਹ ਆਈ। ਇਹ ਸਭ ਚੀਜ਼ਾਂ ਹੋਈਆਂ। ਜਦੋਂ ਇਹ ਸਭ ਚੀਜ਼ਾਂ ਨੂੰ ਅੱਜ ਦੀ ਤਾਰੀਖ ਵਿੱਚ ਦੇਖੋਗੇ, ਫਿਰ ਇਸ ਸਾਰੇ ਦੇ ਵਿੱਚ ਤੁਸੀਂ ਆ ਜਾਓ ਹੁਣ ਸਪਿਰਿਚੁਅਲ ਸਾਈਡ 'ਤੇ। ਸਪਿਰਿਚੁਅਲਿਟੀ ਇਜ਼ ਨਨ ਮੋਰ ਦੈਨ ਅ ਬਿਜ਼ਨਸ। ਵੈਸਟਰਨ ਇੰਟਰਸਟ ਲਬਰੇਜ਼ ਹੋ ਗਏ, ਇੱਕ ਅਜੀਬ ਜਿਹੀ ਹਾਲਤ ਹੋ ਗਈ। ਜਿਹੜਾ ਨੇਹ ਸੀਗਾ, ਪਦਾਰਥ ਦੀ ਬਹੁਤਾਇਤ ਨਾ ਹੁੰਦੀ, ਸਾਨੂੰ ਨੇਹ ਦਾ ਪਤਾ ਹੁੰਦਾ, ਅਸੀਂ ਕਿਸੇ ਦੀ ਕਦਰ ਕਰਦੇ, ਪਰਿਵਾਰਾਂ 'ਚ ਕਦਰ ਕਰਦੇ। ਫਿਰ ਹੌਲੀ ਹੌਲੀ ਬੰਦਾ ਇੱਕ ਲੈਵਲ 'ਤੇ ਜਾ ਕੇ ਅਹਿਸਾਸ ਕਰਦਾ, ਕਰਤੇ ਦੀ ਬਣਾਈ ਕੁਦਰਤ ਨੂੰ ਵੇਖਦਾ, ਤੇ ਫਿਰ ਅਹਿਸਾਸ ਹੁੰਦਾ, ਵਾਹ ਕਰਤੇ ਕੁਦਰਤੀ ਮੁਸ਼ਤਾਕ। ਗੁਰੂ ਸਾਹਿਬ ਨੇ ਨੋ ਡਾਊਟ ਸਮਾਧੀ ਲਾਉਣੀ, ਮੈਡੀਟੇਸ਼ਨ ਕਰਨਾ, ਅੱਖਾਂ ਬੰਦ ਕਰਕੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਗੈਸਚਰ ਲੈ ਕੇ ਆਉਣਾ, ਦੈਟਸ ਅ ਗੁੱਡ ਥਿੰਗ। ਪਰ ਅੱਖਾਂ ਖੋਲ੍ਹ ਕੇ ਦੁਨੀਆ ਵੇਖਣੀ, ਆਲਾ ਦੁਆਲਾ ਵੇਖਣਾ, ਇਹ ਸਾਰੇ ਰੰਗ ਦੇਖਣੇ। ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹੋ ਬਾਣੀ ਦੇ ਵਿੱਚ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ। ਹੁਣ ਇਹ ਕੀ ਨੇ? ਇਹ ਬਹੁਤ ਡੀਪ ਲੈਵਲ ਦੇ ਅਰਥ ਨੇ। ਇੱਕ ਪਾਸੇ ਉਹ ਚੀਜ਼ਾਂ ਨੇ ਜਿਹੜੀਆਂ ਜੀਵਨ ਵਿੱਚ ਸਾਨੂੰ ਖੱਟੀਆਂ ਮਿੱਠੀਆਂ ਮਿਲਦੀਆਂ ਨੇ ਉਸ ਰੂਪ ਦੇ। ਦੂਸਰੇ ਨੰਬਰ 'ਤੇ ਜਿਹੜੀ ਡਾਇਵਰਸਿਟੀ ਹੈ ਸਾਰੇ ਦੀ ਸਾਰੇ, ਬੰਦਾ ਨੂੰ ਮਾਣੇਗਾ, ਅਹਿਸਾਸੇਗਾ, ਫਿਰ ਪਤਾ ਲੱਗੇਗਾ ਕਰਤਾਰ ਤੂੰ ਕਿੰਨਾ ਬੇਅੰਤ ਹੈ। ਇਹ ਸਾਰੇ ਦੇ ਵਿੱਚ ਨੇਹ ਵਰਕ ਕਰੇਗਾ। ਗੁਰੂ ਬਾਬਾ ਜੀ ਕਹਿੰਦੇ, ਗੁਰੂ ਰਾਮਦਾਸ ਸਾਹਿਬ ਕਹਿੰਦੇ, ਮੈਨੂੰ ਇਹ ਵਿਜ਼ਨ ਨਹੀਂ ਸੀਗਾ। ਮੈਂ ਸ਼ਾਇਦ ਹੋ ਸਕਦਾ ਬੰਦਾ ਛੋਟੀ ਜਿਹੀ ਕੋਈ, ਸਾਡੀਆਂ ਯਾਦਾਂ ਦਾ ਪਿਟਾਰਾ ਐਸਾ ਹੁੰਦਾ, ਬਹੁਤ ਚੰਗੀ ਜਿਹੜੀ ਚੀਜ਼ ਵਾਪਰਦੀ ਹੈ ਕਈ ਵਾਰੀ ਉਹ ਵੀ ਯਾਦ ਰਹਿ ਜਾਂਦੀ ਹੈ, ਪਰ ਉਹਦੀ ਪੋਸੀਬਿਲਿਟੀ ਘੱਟ ਹੁੰਦੀ ਹੈ। ਜਿਹੜੀਆਂ ਚੀਜ਼ਾਂ ਮਾੜੀਆਂ ਵਾਪਰਦੀਆਂ ਨੇ, ਅਤੇ ਉਹਨਾਂ ਮਾੜੀਆਂ ਵਾਪਰੀਆਂ ਚੀਜ਼ਾਂ 'ਚ ਜਿਵੇਂ ਅਸੀਂ ਫੀਲ ਕਰਦੇ ਹਾਂ, ਜਿਹੜੀਆਂ ਸਾਡੀਆਂ ਫੀਲਿੰਗਸ ਹੁੰਦੀਆਂ ਨੇ, ਉਹ ਇਤਨੀਆਂ ਗਹਿਰੀਆਂ ਉਕਰ ਜਾਂਦੀਆਂ ਨੇ, ਬੰਦੇ ਦੇ ਅੰਦਰੋਂ ਜਾਂਦੀਆਂ ਨੇਗੀਆਂ। ਘਟਨਾ ਕੱਲ੍ਹ ਵਾਪਰੀ ਸੀ, ਅੱਜ ਵੀ ਬੰਦਾ ਉਸੇ 'ਚ ਜੀ ਰਿਹਾ। ਘਟਨਾ 2 ਮਹੀਨੇ ਪਹਿਲਾਂ ਵਾਪਰੀ ਸੀ, ਅੱਜ ਵੀ ਜੀ ਰਿਹਾ। 2 ਸਾਲ ਪਹਿਲਾਂ ਵਾਪਰੀ ਸੀ, ਅੱਜ ਵੀ ਜੀ ਰਿਹਾ ਉਹਦੇ ਵਿੱਚ। ਅਤੇ ਫਿਰ ਉਹਦੇ ਵਿੱਚ ਘਰਾਂ 'ਚ ਤਾਂ ਹੀ ਤਾਂ ਨੇਹ ਨਹੀਂ ਰਹਿ ਜਾਂਦਾ। ਕੋਈ ਨਾ ਕੋਈ ਵਿਹਾਰ ਦੇ ਵਿੱਚ ਡੀਲ ਕਰਦੇ ਇੱਕ ਦੂਜੇ ਨੂੰ, ਐਕਚੁਅਲੀ ਕਿਤੇ ਨਾ ਕਿਤੇ ਕੁਛ ਨਾ ਕੁਛ ਮਿਸਟੇਕ, ਕੋਈ ਨਾ ਕੋਈ ਗਲਤੀ, ਐਰਰ ਹੁੰਦਾ ਆ, ਬੰਦਾ ਉਹਨੂੰ ਫੜ ਲੈਂਦਾ ਬਸ। ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਓਵਰਲੈਪ ਕਰ ਜਾਂਦੀ ਉਹ ਚੀਜ਼, ਲੜੀ ਜਾਂਦਾ ਹੈ, ਝਗੜੀ ਜਾਂਦਾ ਹੈ, ਨੇਹ ਹੈ ਹੀ ਨਹੀਂ। ਰੱਬ ਬਾਰੇ ਬੜੇ ਇਤਰਾਜ਼ ਨੇ। ਪਹਿਲਾ ਇਤਰਾਜ਼ ਤੇ ਹੀ ਹੈ ਬੰਦੇ ਨੂੰ, ਬੰਦਾ ਆਪਣੀ ਸ਼ਕਲ ਸੂਰਤ ਵੇਖਦਾ ਅਤੇ ਕਹਿੰਦਾ ਨਹੀਂ 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 ਇਹ ਨਹੀਂ ਠੀਕ ਹੈਗੀ। ਰੱਬ ਨੇ ਬਣਾਉਣੀ ਚੰਗੀ ਬਣਾ ਦਿੰਦਾ, ਨੱਕ ਐਵੇਂ ਦਾ ਚਾਹੁੰਦਾ ਸੀ ਐਵੇਂ ਦਾ ਬਣਾਉਂਦਾ ਹੈ, ਅੱਖਾਂ ਐਵੇਂ ਦੀਆਂ। ਇੱਥੋਂ ਸਟਾਰਟ ਹੋਏਗਾ। ਸਰੀਰ ਦਾ ਕੱਦ ਕਾਠੀ ਸਾ, ਪਰਿਵਾਰ, ਫਿਰ ਆਪਣੀ ਜਿਹੜੀ ਹੈ ਹੋਰ, ਭਾਵੇਂ ਉਹ ਬਿਜ਼ਨਸ ਹੈ, ਕਾਰੋਬਾਰ ਹੈ, ਰੁਜ਼ਗਾਰ ਹੈ, ਕੋਈ ਵੀ ਚੀਜ਼ ਹੈ, ਸ਼ਿਕਾਇਤਾਂ ਦਾ ਤਾਂ ਪੂਰਾ ਪੁਲੰਦਾ ਪਿਆ। ਫਿਰ ਕਿਵੇਂ ਬੰਦਾ ਨੇਹ ਕਿਵੇਂ ਲਾਏਗਾ? ਗੁਰੂ ਸਾਹਿਬ ਕਹਿੰਦੇ, ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੇ ਪਿਆਰ, ਨਾਉ ਸੁਣ ਮਨ ਰਹੱਸੀਐ। ਜਦੋਂ ਦੀ ਚਰਚਾ ਹੋਏ ਮਨ ਖੁਸ਼ੀ ਨਾਲ ਖੀਵਾ ਹੋ ਜਾਏ, ਰਹੱਸ ਜਾਏ। ਗੁਰੂ ਰਾਮਦਾਸ ਸਾਹਿਬ ਕਹਿੰਦੇ, ਅੰਦਰ ਸੱਚਾ ਨੇਹ, ਇਹ ਲੱਗ ਗਿਆ। ਹੁਣ ਜੋ ਮਰਜ਼ੀ ਹੋ ਜਾਏ, ਕੋਈ ਸ਼ਿਕਵਾ ਵੀ ਕਰੇ, ਕੋਈ ਸ਼ਿਕਾਇਤ ਵੀ ਕਰੇ, ਕੋਈ ਕੰਪਲੇਂਟ ਵੀ ਕਰੇ, ਕੁਛ ਵੀ ਕਰੇ, ਮੈਨੂੰ ਲੱਗਦਾ ਮੇਰਾ ਕਰਨ ਵਾਲਾ ਸਭ ਵਧੀਆ ਕਰ ਰਿਹਾ ਹੈਗਾ। ਅੰਦਰ ਸੱਚਾ ਨੇਹ ਲਾਇਆ, ਪ੍ਰੀਤਮ ਆਪਣੇ ਸਭ ਨੂੰ ਪਿਆਰ ਵੰਡਣ ਵਾਲੇ ਉਸ ਪ੍ਰੀਤ ਦੇ ਸੋਰਸ ਦੇ ਨਾਲ ਲੱਗ ਗਿਆ। ਤੇ ਕਿਆ ਲਾਇਆ ਕਿਸੇ ਹੋਰ ਨਹੀਂ, ਤਨ ਮਨ ਹੋਏ ਨਿਹਾਲ ਜਾਂ ਗੁਰੂ ਦੇਖਾਂ ਸਾਹਮਣੇ। ਇਹ ਸਭ ਤਾਂ ਹੋ ਸਕਿਆ ਜਦੋਂ ਗੁਰੂ ਨੂੰ ਮੈਂ ਆਪਣੇ ਆਪ ਨੂੰ ਭੇਟ ਕੀਤਾ। ਭਾਵ ਮੇਰਾ ਗੁਰੂ ਹੀ ਇਹਦਾ ਸੋਰਸ, ਇਸ ਕਰਕੇ ਤਨ ਮਨ ਹੋਏ ਨਿਹਾਲ, ਮੈਂ ਤਨ ਕਰਕੇ ਮਨ ਕਰਕੇ ਨਿਹਾਲ ਹੋ ਜਾਨਾ। ਤੁਸੀਂ ਆਪਣੇ ਸਾਰੇ ਜਿਹੜਾ ਸਾਡੇ ਬੋਲ ਬਾਲੇ, ਜਿਹੜਾ ਸਾਡਾ
ਵਾਹੋ ਵਰਤਾਰ ਆ, ਜਿਹਨੂੰ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਸਾਡੀ ਟੋਟਲ ਜਿਹੜੀ ਵੇ ਆਫ ਲਾਈਫ ਆ, ਉਹਦੇ 'ਚ ਤੁਸੀਂ ਦੇਖੋ ਜਿਵੇਂ ਸਿੱਖੀ ਦੇ ਆਸ਼ੇ ਦੇ ਵਿੱਚ ਸ਼ਬਦ ਪੜ੍ਹਦੇ ਆ, ਬੋਲੇ ਸੋ ਨਿਹਾਲ ਜਾਂ ਜੋ ਬੋਲੇ ਸੋ ਨਿਹਾਲ। ਮਤਲਬ ਲਫ਼ਜ਼ ਦੇਖੋ ਕਿਵੇਂ ਨੇ, ਕਦੋਂ ਨਿਹਾਲ ਹੈ ਭਾਈ, ਕਦੋਂ ਉਹਦੀ ਮਤਲਬ ਨਿਹਾਲ ਦਾ ਮਤਲਬ ਹੈਗਾ 100% ਸੈਟਿਸਫੈਕਸ਼ਨ ਵਿਦ ਕੰਪਲੀਟ ਹੈਪੀਨੈਸ। ਪੂਰੀ ਖੁਸ਼ਨੁਮਾ ਤਰਬੀਅਤ ਦੇ ਵਿੱਚ ਬੰਦਾ ਪੂਰੀ ਜਿਹੜੀ ਕੰਟੈਂਟਮੈਂਟ ਆ ਉਹਨੂੰ ਜਿਹੜਾ ਅਟੇਨ ਕਰ ਚੁੱਕਾ ਆ। ਨਿਹਾਲ, ਕੁਝ ਰਹੀ ਨਹੀਂ ਇੱਛਾ, ਖਾਸ਼ ਹੈ ਹੀ ਨਹੀਂ ਕੋਈ। ਇੱਥੇ ਸਾਹਿਬ ਕਹਿੰਦੇ ਤਨ ਮਨ ਹੋਏ ਨਿਹਾਲ, ਨਾ ਤਨ ਕਰਕੇ ਭੁੱਖ ਨਾ ਮਨ ਕਰਕੇ ਭੁੱਖ। ਇਹਦੀ ਥੋੜ੍ਹੀ ਜਿਹੀ ਵਣਗੀ ਤੁਹਾਨੂੰ ਦਿੰਦਾ ਹਿਊਮਨ ਸਾਈਕੋਲੋਜੀਕਲ ਸਾਈਡਸ ਤੋਂ। ਬੱਚਾ ਘਰ ਆ, ਮਾਂ ਬਾਹਰ ਗਈ ਹੈ, ਬੱਚਾ ਘਰ ਆ, ਉਹਦਾ ਸਿਬਲਿੰਗ ਉਹਨੂੰ ਕੋਈ ਤੰਗ ਕਰਦਾ ਆ, ਉਹਨੂੰ ਟੀਵੀ ਨਹੀਂ ਦੇਖਣ ਦੇ ਰਿਹਾ। ਥੋੜ੍ਹੀ ਦੇਰ ਬਾਅਦ ਉਹਨੂੰ ਮਾਂ ਦੀ ਯਾਦ ਆਉਂਦੀ ਏ, ਉਹ ਮਿਸ ਕਰਦਾ ਹੈ ਮਾਂ ਨੂੰ। ਫਿਰ ਸੋਚਦਾ ਆ ਮੈਂ ਕੁਛ ਖਾਣਾ ਸੀਗਾ, ਮੋਮ ਇਜ਼ ਨੋਟ ਹੇਅਰ, ਉਹ ਮੇਰੀ ਕੇਅਰ ਨਹੀਂ ਕਰਦੀ। ਫਿਰ ਕਿਤੇ ਡਿੱਗ ਜਾਂਦਾ, ਉਹ ਸੱਟ ਵੀ ਲੱਗ ਜਾਂਦੀ ਥੋੜ੍ਹੀ ਬਹੁਤੀ, ਕਈ ਚੀਜ਼ਾਂ ਵਾਪਰ ਜਾਂਦੀਆਂ, ਭਰ ਜਾਂਦਾ ਅੰਦਰੋਂ ਗੁੱਸੇ ਦੇ ਨਾਲ। ਤੇ ਅੰਦਰ ਕਈ ਵਾਰੀ ਵੀ ਖਿਆਲ ਆਉਂਦਾ ਵੀ ਜੇ ਮਾਂ ਆ ਗਈ ਨਾ ਤੇ ਅੱਜ ਮਾਂ ਨੂੰ ਬੁਲਾਉਣਾ ਵੀ ਨਹੀਂ ਹੈਗਾ। ਦੈਟਸ ਨਾਟ ਗੁੱਡ। ਵੀ she is so ignorant, she actually ignore me on that level and I'm totally upset, I will not talk to her। ਬਿਲਕੁਲ ਨਹੀਂ। ਫਿਰ ਆਉਂਦਾ ਕਿ ਜੇ ਉਹਨੇ ਕੁਛ ਖਾਣ ਲਈ ਵੀ ਦਿੱਤਾ ਤੇ ਉਹ ਵੀ ਨਹੀਂ ਖਾਣਾ। ਮਤਲਬ ਇਹੋ ਜਿਹੀ ਆਪਣੇ ਅੰਦਰ ਕਈ ਵਾਰੀ ਕਮਿਟਮੈਂਟ ਇਸ ਤਰੀਕੇ ਨਾਲ ਕਰਦਾ। ਹੁੰਦਾ ਕੀ ਹੈ, ਬੈਲ ਹੁੰਦੀ ਘਰ ਦੀ ਜਾਂ ਮਾਂ ਆ ਕੇ ਜਿਹੜੀ ਹੈਗੀ ਲੋਕ ਓਪਨ ਕਰਦੀ ਹੈ, ਤੇ ਜਿਵੇਂ ਅੰਦਰ ਦਰਵਾਜ਼ਾ ਖੁੱਲ੍ਹਦਾ ਹੈ ਉਸੇ ਵਕਤ ਭੱਜ ਕੇ ਜਾ ਕੇ ਮਾਂ ਦੀਆਂ ਲੱਤਾਂ ਨੂੰ ਅੱਗ ਕਰ ਲੈਂਦਾ ਹੈ। ਕੀ ਹੋਇਆ? ਦ ਸੈਲਫ ਮੇਡ ਕਮਿਟਮੈਂਟਸ, ਜਿਹ 'ਚ ਕਿਹਾ ਗਿਆ ਸੀਗਾ ਕਿ ਆਖੇ ਨਹੀਂ ਲੱਗਣਾ, ਇਸ ਤਰ੍ਹਾਂ ਨਹੀਂ ਕਰਨਾ, ਉਹਨੂੰ ਬੁਲਾਉਣਾ ਨਹੀਂ ਗਾ, ਸਭ ਚਲਾ ਗਿਆ। ਕਿਉਂ? ਕਿਉਂਕਿ ਮਾਂ ਸਾਹਮਣੇ ਦਿਸੀ, ਅੰਦਰ ਦਾ ਭਰਿਆ ਹੋਇਆ ਪਿਆਰ ਉਹਦੇ ਪ੍ਰਤੀ ਜਿਹੜਾ ਸੀਗਾ ਉਹ ਦਰਿਆ ਉਛਲ ਗਿਆ, ਜ਼ੋਰ ਹੀ ਨਹੀਂ ਕੋਈ ਪਿਆ। ਇਹ ਹੈ ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾਂ। ਸ਼ਿਕਵੇ, ਸ਼ਿਕਾਇਤਾਂ, ਕੰਪਲੇਨ, ਸਭ ਚੀਜ਼ਾਂ ਕਿਤੇ ਦੂਰ ਚਲੀਆਂ ਗਈਆਂ, ਰਹੀਆਂ ਹੀ ਨਹੀਂ। ਮੈਂ ਗੁਰੂ ਕੋਲ ਆ ਗਿਆ, ਮੈਂ ਗੁਰੂ ਦੇ ਦੁਆਰੇ ਆ ਗਿਆ, ਮੈਂ ਗੁਰੂ ਨਾਲ ਸਾਂਝ ਪਾ ਲਈ। ਤੇ ਇਹ ਇਸ ਕਿਸਮ ਦਾ ਜੀਵਨ ਯਾਪਨ ਦਾ ਰੰਗ ਆ, ਇਹ ਉਹੀ ਲੋਕ ਮਾਣ ਸਕਦੇ ਆ ਜਿਹਨੂੰ ਗੁਰੂ ਇੰਸਟੀਟਿਊਸ਼ਨ ਦਾ ਪਤਾ ਆ। ਜਿਹਨੂੰ ਗੁਰੂ ਇੰਸਟੀਟਿਊਸ਼ਨ ਦਾ ਪਤਾ ਨਹੀਂ ਨਾ, ਪੰਜਾਬ ਦੀ ਫਿਜ਼ਾਂ ਦੇ ਵਿੱਚ ਪਿਛਲੇ 60-70 ਸਾਲਾਂ 'ਚ, ਪਹਿਲਾਂ ਵੀ ਰਿਹਾ ਪਰ ਪਿਛਲੇ 60-70 ਸਾਲਾਂ ਦੇ ਵਿੱਚ ਜਿਹੜਾ ਝੂਠਾ ਗੁਰੂਡਮ ਚੱਲਿਆ, ਤਾਂ ਰੱਬ ਦੀ ਸਾਨੂੰ ਖੁਦ ਨੂੰ ਨਹੀਂ ਪਤਾ ਕਿੰਨਾ ਡੈਮੇਜ ਕੀਤਾ ਉਹਨੇ। ਮਤਲਬ ਇਹ ਕਿਤਨਾ ਸੁੱਚਾ ਇੰਸਟੀਟਿਊਸ਼ਨ। ਅਸੀਂ ਤਵਾਰੀਖ ਪੜ੍ਹਦੇ ਹਾਂ, ਲਖਪਤ ਜੋ ਉਸ ਵਕਤ ਦਾ ਚੌਧਰੀ ਹੈ, ਉਸ ਫਿਊਡਲ ਸਿਸਟਮ ਦੇ ਵਿੱਚ ਮੁਗਲਾਂ ਦਾ ਹੱਥ ਠੋਕਾ ਆ, ਤੇ ਉਹ ਮੁਗਲਾਂ ਨੂੰ ਐਡਵਾਈਜ਼ ਕਰਦਾ ਆ, ਉਹਨਾਂ ਦਾ ਹੱਥ ਠੋਕਾ ਬਣ ਕੇ, ਵੀ ਸਿੱਖਾਂ ਨੂੰ ਕਿਵੇਂ ਖਤਮ ਕਰਨਾ ਆ। ਤੇ ਉਹ ਬਹੁਤ ਡੀਪ ਲੈਵਲ ਦੀ ਸਟੱਡੀ ਕਰਕੇ, ਆ ਬੜੀ ਸਮਝ ਰੱਖਦਿਆਂ ਹੋਇਆ ਬਹੁਤ ਸਾਰੀਆਂ ਚੀਜ਼ਾਂ ਸੁਜੈਸਟ ਕਰਦਾ ਤੇ ਉਹਨਾਂ ਨੂੰ ਇੰਪਲੀਮੈਂਟ ਕਰਦਾ। ਉਹਨਾਂ 'ਚ ਇੱਕ ਇਹ ਵੀ ਗੱਲ ਹੁੰਦੀ ਹੈ, ਉਹ ਕਹਿੰਦਾ ਜਿਹੜੀਆਂ ਸਾਡੀਆਂ ਮੰਡੀਆਂ ਨੇ, ਇਹਨਾਂ ਮੰਡੀਆਂ ਦੇ ਵਿੱਚ ਜਿਹੜਾ ਕਾਰੋਬਾਰ ਹੁੰਦਾ ਆ, ਉਸ ਕਾਰੋਬਾਰ ਦੇ ਵਿੱਚ ਚੀਜ਼ਾਂ ਵਿਕਦੀਆਂ ਨੇ, ਚੀਜ਼ਾਂ ਦਾ ਸਾਜੋ ਸਮਾਨ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ, ਤੇ ਉਹਦੇ ਵਿੱਚ ਬਾਕੀ ਸਭ ਚੀਜ਼ਾਂ ਦੇ ਨਾਂ ਤੇ ਜਿਵੇਂ ਲਿਖੇ ਜਾਂਦੇ ਨੇ, ਕਣਕ, ਗੰਦਮ, ਜੋ ਵੀ ਚੀਜ਼ ਜਿਹੜਾ ਹੈਗਾ, ਚੌਲ, ਝੋਨਾ, ਪੈਡੀ, ਕੋਈ ਇਸ ਤਰੀਕੇ ਲਿਖੇ ਜਾ ਰਹੀਆਂ ਜੋ ਚੀਜ਼ਾਂ। ਪਰ ਉਹਦੇ 'ਚ ਜਿਹੜੀ ਚੀਜ਼ ਗੰਨੇ ਤੋਂ, ਸ਼ੂਗਰ ਕੇਨ ਤੋਂ, ਉਹ ਜਿਹੜਾ ਮਤਲਬ ਦੀ ਰੋਹ ਤੋਂ ਬਣੀ ਹੋਈ ਚੀਜ਼ ਆ, ਉਹ ਮਿਠਾਸ ਵਾਲੀ, ਉਸ ਨੂੰ ਅਸੀਂ ਪੰਜਾਬੀ ਜ਼ਬਾਨ 'ਚ ਕੀ ਕਹਿੰਦੇ ਆ? ਗੁੜ। ਉਹ ਕਹਿੰਦਾ ਵੀ ਅੱਜ ਤੋਂ ਬਾਅਦ ਇਹ ਆਰਡਰ ਹੀ ਕਰ ਦਿਓ ਵੀ ਗੁੜ ਨਹੀਂ ਲਿਖਣਾ। ਕਿਉਂ ਨਹੀਂ ਲਿਖਣਾ? ਉਹ ਕਹਿੰਦਾ ਇਸ ਕਰਕੇ ਨਹੀਂ ਲਿਖਣਾ ਕਿਉਂਕਿ ਜਿਵੇਂ ਹੀ ਗੱਗੇ ਦੀ ਸਾਊਂਡ ਪ੍ਰੋਨਾਊਂਸ ਹੋਣ ਲੱਗਦੀ ਹੈ ਗੁੜ, ਇੱਕਦਮ ਗੁਰੂ ਦਾ ਖਿਆਲ ਆ ਜਾਂਦਾ। ਉੱਥੇ ਲਿਖੋ ਪਹੇਲੀ। ਤੁਸੀਂ ਆਈਡੀਆ ਲਾ ਕੇ ਦੇਖੋ ਗੁਰੂ ਇੰਸਟੀਟਿਊਸ਼ਨ ਕੀ ਹੋਏਗਾ। ਤੁਹਾਡਾ
ਤੁਹਾਡੀ ਜਾਨ ਦਾ ਦੁਸ਼ਮਣ ਜਿਹੜਾ ਆ ਉਹ ਕਹਿੰਦਾ ਨਾ 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 ਇਹ ਸਭ ਚੀਜ਼ਾਂ ਤੋਂ ਬਾਹਰ ਕੱਢੋ ਇਹਨੂੰ। ਸੋ ਇਹ ਰੂਪ ਜਿਹੜੇ ਨੇ ਇਹ ਦੱਸਦੇ ਨੇ ਜਦੋਂ ਤੁਹਾਨੂੰ ਗੁਰੂ ਦੇ ਉਸ ਲੈਵਲ ਤੇ ਕੈਲੀਬਰ ਦਾ ਜਾਂ ਗੁਰੂ ਦੇ ਉਸ ਇੰਸਟੀਟਿਊਸ਼ਨ ਦੀ ਇੰਪੋਰਟੈਂਸ ਦਾ ਪਤਾ ਲੱਗ ਗਿਆ ਨਾ, ਫਿਰ ਤੁਹਾਡੇ ਅੰਦਰ ਜਿਹੜਾ ਨੇਹ ਹੈ ਗੁਰੂ ਦੇ ਪ੍ਰਤੀ, ਉਹ ਅਸੀਂ ਐਵੇਂ ਨਹੀਂ ਸ਼ਬਦ ਪੜ੍ਹਦੇ, ਗੁਰੂ 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 ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਇੱਥੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਤਨ ਮਨ ਹੋਏ ਨਿਹਾਲ ਜਾਂ ਗੁਰੂ ਦੇਖਾਂ ਸਾਹਮਣੇ। ਮੈਂ ਨਿਹਾਲ ਹੋ ਜਾਣਾ ਜਦੋਂ ਮੈਂ ਗੁਰੂ ਦੇ ਦੀਦਾਰ ਪਾਉਣਾ ਹੈ। ਅਗਲਾ ਬਚਨ ਲਿਖਿਆ, ਹਉ ਸਤਿਗੁਰੂ ਵੇਖ ਵਿਗਸਿਆ ਹਰ ਨਾਮੇ ਲਗਾ ਪਿਆਰ। ਮੈਂ ਗੁਰੂ ਨੂੰ ਵੇਖ ਕੇ ਵਿਗਸ ਗਿਆ, ਕਿਉਂਕਿ ਗੁਰੂ ਨੇ ਹੋਰ ਕੁਛ ਨਹੀਂ ਕਰਨਾ, ਮੇਰਾ ਨਾਮ ਨਾਲ ਪਿਆਰ ਬਣਾ ਦੇਣਾ। ਮੇਰੀ ਜਿਹੜੀ ਰੀਅਲ ਸੈਲਫ ਆ ਗੁਰੂ ਨੇ ਮੈਨੂੰ ਉਹਦੇ ਨਾਲ ਜੋੜ ਦੇਣਾ ਹੈਗਾ। ਕਿਰਪਾ ਕਰਕੇ ਮੇਲੀਆਂ ਪਾਇਆ ਮੁਖ ਦੁਆਰ। ਸਾਡੇ ਲਈ ਗੁਰਦੁਆਰ ਹੀ ਮੁਖ ਦੁਆਰ ਹੈ, ਇਹ ਪੱਕੀ ਗੱਲ ਹੈ। ਕਿਉਂਕਿ ਜਿਹੜਾ ਗੁਰੂ ਤੱਕ ਰਸਾਈ ਹੋ ਗਈ ਨਾ, ਉਹ ਰਸਾਈ ਗੁਰੂ ਨੇ ਆਪੇ ਕਰ ਦੇਣੀ ਅੱਗੇ। ਇੱਥੇ ਕਿਹਾ ਕਿਰਪਾ ਕਰਕੇ ਮੇਲੀਅਨ, ਰੱਬ ਜੀ ਨੇ ਤਰਸ ਕੀਤਾ, ਮੈਨੂੰ ਗੁਰੂ ਨਾਲ ਮਿਲਾ ਦਿੱਤਾ, ਪਾਇਆ ਮੋਖ ਦੁਆਰ, ਮੈਂ ਮੁਕਤੀ ਦਾ ਦੁਆਰ ਹੀ ਪ੍ਰਾਪਤ ਕਰ ਲਿਆ। ਇਹ ਦੋ ਪਹਿਲੇ ਪਦੇ ਅਜੇ ਵਿਚਾਰੇ ਨੇ, ਅਗਾਂ ਇਹਦੇ 14 ਬੰਦ ਨੇ ਟੋਟਲ, 12 ਹੋਰ ਪਦੇ ਨੇ ਜਿਨ੍ਹਾਂ ਦੀ ਵਿਚਾਰ ਵਿਵੇਚਨਾ ਹੁੰਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਹਾਲਾਂਕਿ ਕੋਵਿਡ ਦੀ ਸਿਚੁਏਸ਼ਨ ਵਿੱਚੋਂ ਅਸੀਂ ਪਿੱਛੇ ਸਾਰੀ ਕਮਿਊਨਿਟੀ ਜਿਹੜੀ ਹੈ ਆਪਣੇ ਧਿਆਨ ਦੇ ਨਾਲ ਆਪਣੇ ਜਿਹੜੇ ਪ੍ਰੋਪਰ ਮੈਜਰਮੈਂਟ ਸੀਗੇ ਉਹ ਲੈ ਕੇ ਕਾਫੀ ਹੱਦ ਤੱਕ ਅਸੀਂ ਉੱਭਰੇ ਆ, ਬਟ ਸਟਿਲ ਸੈਕਿੰਡ ਵੇਵ ਇਜ਼ ਆਲਮੋਸਟ ਔਨ ਦਾ ਵੇ। ਸੋ ਪਲੀਜ਼ ਬੀ ਕੇਅਰਫੁਲ, ਜਿਹੜਾ ਹੈਗਾ ਆਪਣੇ ਗਾਰਡਸ ਡਾਊਨ ਨਾ ਕਰੀਏ, ਆਪਣੇ ਹਾਈਜੀਨ ਦਾ ਖਿਆਲ ਰੱਖੀਏ, ਸੈਲਫ ਜਿਹੜਾ ਹੈਗਾ ਜਿਹੜੀ ਇੱਕ ਦੂਜੇ ਤੋਂ ਉਹ ਹੈਗੀ ਹੈ ਦੂਰੀ ਹੈ ਉਹ ਬਰਕਰਾਰ ਰੱਖੋ 2 ਮੀਟਰ ਦੀ। ਹਰ ਚੀਜ਼ 'ਚ ਗੁਰਦੁਆਰਾ ਸਾਹਿਬ ਜਾਂ ਹੋਰ ਅਸਥਾਨ ਖੁੱਲ੍ਹੇ ਨੇ ਨਾ, ਸਾਰਿਆਂ ਨੂੰ ਇੰਜੋਏ ਕਰੋ ਉਸ ਰੂਪ ਵਿੱਚ, ਪਰ ਨਾਲ ਦੀ ਨਾਲ ਜਿਹੜੀ ਸੋਸ਼ਲ ਡਿਸਟੈਂਸਿੰਗ ਹੈਗੀ ਹੈ ਇਹਨੂੰ ਕਿਸੇ ਲੈਵਲ 'ਤੇ ਵੀ ਟੁੱਟਣ ਨਾ ਦਿੱਤਾ ਜਾਏ। ਮਹਾਰਾਜ ਬਖਸ਼ਿਸ਼ ਕਰਨ, ਸਾਡਾ ਸਾਰਾ ਜਿਹੜਾ ਮਨੁੱਖੀ ਸਮਾਜ ਆ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ੀ ਹੋਈ ਇਹ ਜੋਤ ਤੇ ਜੀਵਨ ਇਹਨੂੰ ਚੰਗੀ ਤਰ੍ਹਾਂ ਮਾਣ ਸਕੇ। ਦਿਲੀ ਅਰਦਾਸ ਆ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।